गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक रचना है बाबा नोज सिंह। उस विच जग्यासू दे कई तरह के शंकियां नूं निवृत्त किया गया है। असी कुछ समय तो आप जी नूं मुसाफिर ते बाबा नोज सिंह विचकार होई वार्तालाप नूं सुना रहे हाँ, जिस विच मुसाफिर दे कई शंके निवृत्त होए। इत्थे अगे फिर होर वार्तालाप चलती है गुरु ग्रंथ साहिब जी प्रति। ते बाबा जी दसदे हैं जिथे महाराज का प्रकाश होंदा है, जिथे गुरु ग्रंथ साहिब जी का प्रकाश होंदा है, उत्थे प्रभाव होर तरह का होंदा है। फिर मुसाफिर पुछदा है प्रभाव किसनूं आखदे हन। इस तरह दीयां गल्लां सुन के मुसाफिर नूं एक स्वाद जिहा आउंदा है। इस स्वाद विच जो धार्मिक कर्म क्रिया या परोपकार आदि करदा सी, उस विच उसनूं एक सखणापन जिहा प्रतीत होंदा है। ते ਉਹ ਸਖਣੇਪਨ ਨੂੰ ਭਰਨ ਦਾ ਸਵਾਲ ਪੁੱਛਦਾ ਹੈ ਕਿ ਕਿਵੇਂ ਭਰਿਆ ਜਾਏ ਸਖਣਾਪਨ। ਸੋ ਉਸ ਵਾਰਤਾਲਾਪ ਨੂੰ ਭਾਈ ਸਾਹਿਬ ਜੀ ਨੇ ਵਰਣਨ ਕੀਤਾ ਹੈ। ਮੁਸਾਫਿਰ ਤੇ ਬਾਬਾ ਨੋਜ ਸਿੰਘ ਵਿੱਚ ਚੱਲ ਰਹੀ ਵਾਰਤਾਲਾਪ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੁਸਾਫਿਰ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਦਰਜਾ ਦਿੰਦੇ ਹੋ? ਬਾਬਾ, ਸਭ ਤੋਂ ਵੱਡਾ ਤੇ ਆਦਿ ਗੁਰੂ ਹੈ ਅਕਾਲ ਪੁਰਖ। ਫਿਰ ਹਨ ਦਸੋਂ ਗੁਰੂ ਸਾਹਿਬਾਨ, ਜਿਨ੍ਹਾਂ ਵਿੱਚ ਵਸਦਾ ਹੈ ਨਿਰਮਲ ਬ੍ਰਹਮ ਗਿਆਨ। ਇਹ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਤਾਂ ਤੇ ਉਹ ਹੈ ਵਾਹਿਗੁਰੂ ਦੇ ਗਿਆਨ ਅਸਥਾਨੀ। ਵਾਹਿਗੁਰੂ ਦਾ ਗਿਆਨ ਗੁਰੂ ਹੈ, ਗਿਆਨ ਪਰਮੇਸ਼ਰ ਹੈ। ਇਸ ਤੋਂ ਵੱਖਰੇ ਆਤਮ ਮੰਡਲ ਦੀ ਇਹ ਖੇਡ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੂਦ ਅਸਥਾਪਿਤ ਹੈ, ਉੱਥੇ ਅਣਦਿਸਦੇ ਸੰਸਾਰ ਵੱਲੋਂ ਅਤ ਪਵਿੱਤਰਾਂ ਦਾ ਪਹਿਰਾ ਹੁੰਦਾ ਹੈ। ਤੁਸੀਂ ਵੇਖੋ ਕਿ ਜਿੱਥੇ ਪ੍ਰਕਾਸ਼ ਹੁੰਦਾ ਹੈ, ਉੱਥੇ ਪ੍ਰਭਾਵ ਹੋਰ ਤਰ੍ਹਾਂ ਦਾ ਹੁੰਦਾ ਹੈ, ਔਰ ਉਹ ਉੱਚਾ ਤੇ ਸੁੱਚਾ ਪ੍ਰਭਾਵ ਹੁੰਦਾ ਹੈ। ਉਹ ਪ੍ਰਭਾਵ ਆਤਮ ਮੰਡਲ ਦੇ ਉਹਨਾਂ ਮਹਾਜੋਤੀਆਂ ਦਾ ਹੈ, ਜੋ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਾਲੇ ਥਾਂ ਆਪਣਾ ਆਤਮ ਰਸ ਦਾ ਅਸਰ ਪਾਉਂਦੇ ਹਨ। ਫਿਰ ਦੁਹਰਾ ਦਈਏ, ਇਸ ਤੋਂ ਵੱਖਰੇ ਆਤਮ ਮੰਡਲ ਦੀ ਇਹ ਖੇਡ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੂਦ ਅਸਥਾਪਿਤ ਹੈ, ਉੱਥੇ ਅਣਦਿਸਦੇ ਸੰਸਾਰ ਵੱਲੋਂ ਅਤ ਪਵਿੱਤਰਾਂ ਦਾ ਪਹਿਰਾ ਹੁੰਦਾ ਹੈ। ਤੁਸੀਂ ਵੇਖੋ ਕਿ ਜਿੱਥੇ ਪ੍ਰਕਾਸ਼ ਹੁੰਦਾ ਹੈ, ਉੱਥੇ ਪ੍ਰਭਾਵ ਹੋਰ ਤਰ੍ਹਾਂ ਦਾ ਹੁੰਦਾ ਹੈ, ਔਰ ਉਹ ਉੱਚਾ ਤੇ ਸੁੱਚਾ ਪ੍ਰਭਾਵ ਹੁੰਦਾ ਹੈ। ਉਹ ਪ੍ਰਭਾਵ ਆਤਮ ਮੰਡਲ ਦੇ ਉਹਨਾਂ ਮਹਾਜੋਤੀਆਂ ਦਾ ਹੈ, ਜੋ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਾਲੇ ਥਾਂ ਆਪਣਾ ਆਤਮ ਰਸ ਦਾ ਅਸਰ ਪਾਉਂਦੇ ਹਨ। ਮੁਸਾਫਿਰ, ਕਿਰਪਾ ਕਰਕੇ ਫਿਰ ਦੱਸਣਾ ਪ੍ਰਭਾਵ, ਮੈਂ ਨਹੀਂ ਸਮਝਿਆ। ਬਾਬਾ ਮੁਸਕਰਾ ਕੇ, ਲਓ ਸਮਝੋ। ਸੋਚੋ ਤੁਸੀਂ ਇੱਕ ਦਲਾਨ ਵਿੱਚ ਬੈਠੇ ਹੋ ਇਕੱਲੇ। ਉਸ ਵੇਲੇ ਤੁਹਾਡੇ ਮਨ ਦੀ ਇੱਕ ਦਸ਼ਾ ਹੈ। ਉਹ ਦਸ਼ਾ ਕੀ ਹੈ, ਇਸ ਨਾਲ ਕੋਈ ਮਤਲਬ ਨਹੀਂ। ਕੋਈ ਇੱਕ ਦਸ਼ਾ ਤੁਹਾਡੇ ਮਨ ਦੀ ਜ਼ਰੂਰ ਹੋਵੇਗੀ। ਮੁਸਾਫਿਰ, ਮੈਂ ਸਮਝਿਆ, ਇਹ ਠੀਕ ਹੈ। ਬਾਬਾ, ਫਿਰ ਉਸ ਦਲਾਨ ਵਿੱਚ ਤੁਹਾਡੇ ਘਰੋਂ ਕੋਈ ਆ ਗਿਆ। ਤੁਹਾਡੇ ਮਨ ਦੀ ਉਹ ਦਸ਼ਾ ਕੁਝ ਬਦਲੇਗੀ। ਜੇ ਉੱਤੋਂ ਕੋਈ ਹੋਰ ਆ ਜਾਂਦਾ ਹੈ ਤਾਂ ਫਿਰ ਦਸ਼ਾ ਹੋਰ ਬਦਲੇਗੀ। ਫਿਰ ਉਹ ਸਾਰੇ ਚਲੇ ਜਾਂਦੇ ਹਨ, ਫਿਰ ਦਸ਼ਾ ਬਦਲੇਗੀ। ਕੀ ਇਸ ਦਸ਼ਾ ਬਦਲੀ ਨੂੰ ਤੁਸੀਂ ਮੰਨਦੇ ਹੋ ਕਿ ਹੁੰਦੀ ਹੈ? ਮੁਸਾਫਿਰ, ਹਾਂ, ਇਹ ਤਾਂ ਪ੍ਰਤੱਖ ਹੁੰਦੀ ਹੈ, ਪਰ ਜੇ ਮਨ ਵੰਨੇ ਵੇਖੀਏ ਤਾਂ ਪਤਾ ਲੱਗਦਾ ਹੈ। ਬਾਬਾ, ਜੇਕਰ ਤੁਸੀਂ ਬੜੀ ਗੌਰ ਨਾਲ ਸਦਾ ਵਿਚਾਰਨ ਲੱਗ ਜਾਓ ਕਿ ਫਲਾਣੇ ਦੇ ਫਲਾਣੇ ਹਾਲ ਵਿੱਚ ਆਇਆ, ਸਦਾ ਮੇਰੇ ਮਨ ਦੀ ਦਸ਼ਾ ਐਂ ਹੋ ਜਾਂਦੀ ਹੈ, ਤੇ ਉਸ ਵਰਗੇ ਹੋਰ ਕਿਸੇ ਦੇ ਉਸੇ ਹਾਲ ਆਇਆ ਉਸੇ ਵਰਗੀ ਦਸ਼ਾ ਹੁੰਦੀ ਹੈ, ਤਾਂ ਇਹ ਸਿਆਣ ਵੀ ਸਹਿਜੇ ਸਹਿਜੇ ਵੱਧ ਸਕਦੀ ਹੈ ਕਿ ਕਿਸ ਕਿਸ ਦੇ ਆਇਆਂ ਕੀ ਪ੍ਰਭਾਵ ਪੈਂਦਾ ਹੈ। ਜਿਸ ਤਰ੍ਹਾਂ ਜੋਹਰੀ ਨਜ਼ਰ ਜਮਾਉਂਦਾ ਜਵਾਹਰਾਤ ਦੀ ਪਰਖ ਕਰਦਾ ਕਰਦਾ ਉਹਨਾਂ ਦੀਆਂ ਭਾਂਤਾਂ ਨੂੰ ਵੱਖੋ ਵੱਖ ਪਛਾਣਨ ਲੱਗ ਜਾਂਦਾ ਹੈ। ਮੁਸਾਫਿਰ, ਅਸਚਰਜ ਹੋ ਕੇ, ਹਾਂ, ਇਹ ਤਾਂ ਸਿੱਧੀ ਗੱਲ ਹੈ। ਬਾਬਾ, ਫਿਰ ਪ੍ਰਭਾਵ ਇਸੇ ਨੂੰ ਆਖਦੇ ਹਨ।
ਸਾਨੂੰ ਮੂਰਖਾਂ ਨੂੰ ਪਤਾ ਹੈ ਕਿ ਕਿਸੇ ਦੇ ਆਇਆਂ ਸਾਡੇ ਮਨ ਦੀ ਜੋ ਪਹਿਲਾ ਹਾਲਤ ਹੁੰਦੀ ਹੈ ਵਟੀਂਦੀ ਹੈ। ਜੋ ਦਾਨੇ ਤੇ ਪਾਰਖੂ ਹਨ ਉਹ ਸਮਝਦੇ ਹਨ ਕਿ ਫਲਾਣੇ ਦੇ ਆਇਆਂ ਆਸਰ ਪੈਂਦਾ ਹੈ। ਉਹਨਾਂ ਨੇ ਪਤਾ ਲਾਇਆ ਹੈ ਕਿ ਪਰਮੇਸ਼ਰ ਦੇ ਪਿਆਰ ਵਾਲਿਆਂ ਦੇ ਆਇਆਂ ਪ੍ਰਭਾਵ ਸ਼ਾਂਤੀ ਦਾ, ਸਵਾਦ ਦਾ, ਉੱਚੇ ਪਾਸੇ ਧਿਆਨ ਲੱਗਣ ਦਾ ਹੁੰਦਾ ਹੈ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਨ ਹੁੰਦੇ ਹਨ, ਉੱਥੇ ਆਤਮ ਮੰਡਲ ਦਾ ਉੱਚਾ, ਸ਼ਾਂਤ ਤੇ ਇਕਾਗਰਤਾ ਤੇ ਰਸ ਵਾਲਾ ਪ੍ਰਭਾਵ ਹੁੰਦਾ ਹੈ। ਇਹ ਪ੍ਰਭਾਵ ਜਗਿਆਸੂ ਮਨਾਂ ਤੇ ਜੀਦਾਨ ਦੀ ਰੌਂ ਨੂੰ ਤਾਜ਼ਿਆ ਰੱਖਣ, ਜਾਰੀ ਰੱਖਣ ਤੇ ਮਦਦ ਦੇਣ ਪਰ ਅਸਰ ਪਾਉਂਦਾ ਹੈ। ਪਾਠ, ਵਿਚਾਰ, ਕਥਾ ਤੇ ਕੀਰਤਨ ਦਾ ਅਸਰ ਤੁਸੀਂ ਜਾਣਦੇ ਹੀ ਹੋ ਕਿ ਗੁਰਬਾਣੀ ਦਾ ਕਿੰਨਾ ਸ਼ਾਂਤਮਈ ਤੇ ਰਸਦਾਇਕ ਹੁੰਦਾ ਹੈ। ਮੁਸਾਫਰ: ਬਾਬਾ ਜੀ, ਸਾਡੇ ਮਤ ਵਿੱਚ ਅਸੀਂ ਸਾਰੇ ਵੱਡਿਆਂ ਦੀ ਕਦਰ ਕਰਦੇ ਹਾਂ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖਾਸ ਉੱਚਾ ਦਰਜਾ ਦਿੰਦੇ ਹਾਂ। ਗੁਰਬਾਣੀ ਦੀ ਵੀ ਬੜੀ ਕਦਰ ਹੈ ਸਾਡੇ ਵਿੱਚ। ਪਰ ਬਾਬਾ, ਤੂੰ ਬੜਾ ਦੀਰਘ ਆਤਮਦਰਸ਼ੀ ਹੈ। ਬਾਬਾ: ਮੈਂ ਤਾਂ ਸਤਸੰਗ ਵਿੱਚ ਜੋ ਵਿਦਿਆ ਸਿੱਖੀ ਹੈ ਉਸ ਦੇ ਕੋਈ ਹਾਲ ਦੱਸ ਰਿਹਾ ਹਾਂ। ਬਾਕੀ ਮੈਂ ਤਾਂ ਸਾਧ ਸੰਗਤ ਦਾ ਜੋੜੇ ਬਰਦਾਰ ਹਾਂ। ਮੁਸਾਫਰ: ਮੇਰੇ ਅੰਦਰ ਭਾਨ ਪਿਆ ਹੁੰਦਾ ਹੈ ਕਿ ਇੱਕ ਸ਼ੂਨਤਾ ਮੇਰੇ ਅੰਦਰ ਹੈ ਤੇ ਇੱਕ ਸਖਣਾਪਨ ਹੈ। ਚਾਹੇ ਮੈਂ ਨੇਕੀਆਂ ਕੀਤੀਆਂ, ਲੋਕਾਂ ਨੂੰ ਪਾਪਾਂ ਤੋਂ ਘਿਰਣਾ ਦਵਾਈ, ਪਰਉਪਕਾਰ ਕੀਤੇ, ਪਰ ਇੱਕ ਸਖਣਾਪਨ ਜੋ ਅੰਦਰ ਹੈ ਦੂਰ ਨਹੀਂ ਸੀ ਹੋਇਆ। ਆਪ ਦੇ ਬਚਨ ਕੋਈ ਮਰਹਮ ਜਾਂ ਕੋਈ ਸਵਾਦ ਵਾਲੇ ਲੱਗਦੇ ਹਨ, ਕਿਵੇਂ ਮੇਰਾ ਅੰਦਰ ਵੀ ਭਰ ਸਕਦਾ ਹੈ? ਬਾਬਾ: ਅੰਦਰ ਦਾ ਸਖਣਾਪਨ ਦਿਸ ਪੈਣਾ ਰੱਬ ਦੀ ਮਿਹਰ ਹੈ। ਜਿਸ ਨੂੰ ਅੰਦਰ ਦੀ ਇਹ ਸ਼ੂਨਤਾ ਪਹਿਲਾਂ ਭਾਸੇਗੀ ਉਹ ਦੂਰ ਕਰੇਗਾ। ਉਹ ਟੋਲੇਗਾ ਕਿ ਇਹ ਕਿਵੇਂ ਭਰੇ। ਜੋ ਟੋਲੇਗਾ ਉਹ ਕਦੇ ਮੁਰਾਦ ਪਾਏਗਾ। ਅੰਦਰ ਦਾ ਭਰਨਾ ਇੱਕ ਗੱਲ ਨਾਲ ਹੈ ਕਿ ਇਸ ਜੀਵਨ ਦੇ ਸੋਮੇ ਨਾਲ ਸਾਡਾ ਲਗਾਤਾਰੀ ਨੇਹੋ ਹੋਵੇ। ਜਿਵੇਂ ਸਖਣੇ ਹੋ ਰਹੇ ਤਲਾਬ ਦਾ ਸੰਜੋਗ ਕੋਈ ਹੰਸਲੀ ਕੁੱਟ ਕੇ ਦਰਿਆਵ ਨਾਲ ਕੇ ਸੋਮੇ ਨਾਲ ਕਰ ਦਿਓ ਤਾਂ ਉਸ ਤਲਾਬ ਦਾ ਸਖਣਾਪਨ ਭਰ ਜਾਏਗਾ ਤੇ ਉਹ ਤਾਜ਼ਾ ਹੋ ਜਾਏਗਾ। ਹਾਂ, ਜੀਵਨ ਦੇ ਸੋਮੇ ਰੱਬ ਜੀ ਨਾਲ ਲਗਾਤਾਰੀ ਸੰਬੰਧ ਪਾਓ ਤਾਂ ਉਸ ਵੱਡੇ ਸਭ ਤੋਂ ਉੱਚੇ ਸੁੱਚੇ ਸਿਰਜਣਹਾਰ ਵਿੱਚੋਂ ਕੋਈ ਰੁਮਕਾ ਸਾਡੇ ਅੰਦਰ ਆਵੇ ਤੇ ਸਖਣਾਪਨ ਭਰੇ। ਮੁਸਾਫਰ: ਉਸ ਦੀ ਤਿਆਰੀ? ਬਾਬਾ: ਮਨੋ ਕਲਪਤ ਪਰਉਪਕਾਰ ਜੋ ਤੇਰੇ ਆਤਮਾ ਨੂੰ ਖਿੰਡਾ ਰਹੇ ਹਨ, ਹਾਲੇ ਛੱਡ ਦੇ। ਆਪਣਾ ਮਨ ਸਖਣੇਪਨ ਤੋਂ ਭਰ ਕੇ ਫਿਰ ਸੁੱਚੇ ਉਪਕਾਰ ਕਰੀ। ਹਾਲੇ ਉਸ ਵਾਹਿਗੁਰੂ ਦੇ ਧਿਆਨ ਵਿੱਚ ਪਾਓ ਤੇ ਉਸ ਦੇ ਗੁਣ ਗਾਓ। ਬਾਣੀ ਪੜ੍ਹ, ਵਿਚਾਰ ਕਰ ਤੇ ਕਰਤਾ ਦੀ ਸਿਫਤ ਸਲਾਹ ਵਿੱਚ ਆ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਸ ਮਾਲਕ ਦੇ ਗੁਣਾਂ ਦੇ ਰਸ ਵਿੱਚ ਉਸ ਦੇ ਨਾਮ ਦੀ ਆਰਾਧਨਾ ਕਰ। ਇਉਂ ਤੇਰੇ ਅੰਦਰ ਸਫਾਈ ਆਵੇਗੀ, ਮੈਲ ਹਰੀ ਜਾਏਗੀ। ਫਿਰ ਤੇਰੇ ਅੰਦਰੋਂ ਖਿੰਡਾਵ ਵੀ ਕੱਟੇਗਾ, ਇਕਾਗਰਤਾ ਆਵੇਗੀ। ਫਿਰ ਸਾਈਂ ਪਿਆਰ ਦਾ ਚਿਣਗਾਰਾ ਕਿਸੇ ਮਿਹਰ ਦੇ ਸਦਕੇ ਮੱਗ ਪਏਗਾ। ਫਿਰ ਤੂੰ ਜੀ ਉਠੇਗਾ ਤੇ ਤੇਰਾ ਜੀਵਨ ਅੰਦਰੋਂ ਰਸ ਭਰਿਆ ਤੇ ਬਾਹਰੋਂ ਸੁੱਖਾਂ ਦਾ ਦਾਤਾ ਹੋ ਜਾਵੇਗਾ। ਜਿਵੇਂ ਗੁਲਾਬ ਦਾ ਫੁੱਲ ਜਦੋਂ ਖਿੜਦਾ ਹੈ, ਆਪ ਅੰਦਰੋਂ ਬਾਹਰੋਂ ਰੂਪ ਰੰਗ ਖੁਸ਼ਬੂ ਵਾਲਾ ਹੋ ਜਾਂਦਾ ਹੈ, ਤਾਂ ਹਰ ਕਿਸੇ ਨੂੰ ਉਸ ਤੋਂ ਖੁਸ਼ਬੂ ਤੇ ਸੁੰਦਰਤਾਈ ਦਾ ਦਾਨ ਮਿਲਦਾ ਹੈ। ਮੁਸਾਫਿਰ: ਫਿਰ ਇਹ ਜੋ ਮੈਂ ਘਰ ਘਰ ਵਿੱਚ ਦਵਾ ਦਾਰੂ ਦਿੰਦਾ ਹਾਂ, ਇਹ ਉਪਕਾਰ ਮਾੜਾ ਹੈ? ਬਾਬਾ: ਮੈਂ ਉਪਕਾਰ ਨੂੰ ਤਾਂ ਮਾੜਾ ਨਹੀਂ ਕਿਹਾ। ਮੈਂ ਤਾਂ ਜੋ ਕਿਹਾ ਹੈ ਸੋ ਇਹ ਹੈ ਕਿ ਹੇ ਜ਼ਮੀਨ ਦੇ ਖੁੱਦੇ ਹੋਏ ਟੁਕੜੇ, ਸੁੱਕਾ ਨਾ ਰਹੋ। ਆਪ ਪਾਣੀ ਨਾਲ ਭਰ ਕੇ ਸੁਭਰ ਭਰਿਆ ਤਲਾਬ ਹੋ, ਜੋ ਤੇਰੇ ਤੋਂ ਪਸ਼ੂ, ਪੰਖੀ, ਮਨੁੱਖ ਸਾਰੇ ਸੁਖ ਪਾਉਣ। ਮੁਸਾਫਰ: ਮੈਂ ਨਹੀਂ ਸਮਝਿਆ। ਬਾਬਾ: ਪਹਾੜਾਂ ਵਿੱਚ ਚਸ਼ਮੇ ਫੁੱਟਦੇ ਹਨ, ਪਸ਼ੂ ਪੰਖੀ ਉਸ ਤੋਂ ਪੁਕਾਰੇ ਜਾਂਦੇ ਹਨ। ਉਹ ਦਰਿਆ ਬਣ ਕੇ ਮੈਦਾਨਾਂ ਵਿੱਚ ਵਗਦੇ ਹਨ। ਦਰਿਆਵਾਂ ਨਾਲ ਟੋਏ ਟਿੱਬੇ ਭਰ ਕੇ ਝੀਲਾਂ, ਛੰਭ ਤੇ ਤਲਾਅ ਬਣਦੇ ਹਨ ਤੇ ਉਹਨਾਂ ਤੋਂ ਲੋੜਵੰਦ ਉਪਕਾਰੇ ਜਾਂਦੇ ਹਨ। ਕਦੇ ਸੁੱਕੇ ਟੋਏ ਵੀ ਸੁੱਖ ਦੇ ਸਕਦੇ ਹਨ। ਖੂਹ ਦਾਤਾ ਹੈ,
ਪਰ ਪਹਿਲਾਂ ਉਹ ਖੁਦਿਆ ਜਾਂਦਾ ਹੈ ਤੇ 4 ਚੁਫੇਰਿਓਂ ਸਿਮ ਕੇ ਆਪ ਪਾਣੀ ਨਾਲ ਭਰ ਜਾਂਦਾ ਹੈ। ਫਿਰ ਸਾਰੇ ਉਸ ਤੋਂ ਵਰਸਾਏ ਜਾਂਦੇ ਹਨ। ਪਹਿਲਾਂ ਆਪ ਰਸਿਆ ਹੋ, ਉੱਚਾ ਹੋ, ਉੱਚੇ ਪ੍ਰੇਮ ਨਾਲ ਭਰ, ਫਿਰ ਜਗਤ ਦਾ ਭਲਾ ਕਰ। ਜਗਤ ਦਾ ਭਲਾ ਜਮ ਕਰ, ਪਰ ਆਪ ਕਿਸੇ ਧੁਰ ਤੇ ਟਿਕ ਕੇ। ਐਸਾ ਨਾ ਹੋਵੇ ਕਿ ਤੇਰਾ ਉਪਕਾਰ ਵੀ ਇੱਕ ਹੋਮੇ ਦੀ ਖੇਡ ਹੀ ਬਣੇ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਮੁਸਾਫਿਰ ਲੰਮਾ ਸਾਹ ਲੈ ਕੇ, ਗੱਲਾਂ ਦਿਲ ਲੱਗੀਆਂ ਹਨ। ਤੁਸੀਂ ਤਲਾਅ ਵਾਂਗੂ ਮੈਨੂੰ ਭਰੋਗੇ। ਬਾਬਾ, ਭਰਨ ਵਾਲਾ ਅਕਾਲ ਪੁਰਖ ਹੈ, ਪਰ ਜੇ ਸਜਣਾ ਤੇਰਾ ਦਿਲ ਕੁਛ ਹੋਰ ਚਿਰ ਸਾਡੇ ਪਾਸ ਟਿਕਣ ਤੇ ਕਰਦਾ ਹੈ ਤਾਂ ਅੰਮੀ ਜੰਮੀ ਟਿਕ। ਡੇਰਾ ਵੀ ਸਿੱਧ ਪੱਧਰਾ ਪੇਂਡੂਆਂ ਵਾਲਾ ਮਿਲ ਜਾਏਗਾ ਤੇ ਰੁੱਖਾ ਮਿੱਸਾ ਅੰਨ ਵੀ ਇੱਥੇ ਗੁਰੂ ਕਾ ਦਿੱਤਾ ਹੈ। ਸਤਸੰਗ ਵੀ ਲੱਗਦਾ ਹੈ ਜਿੱਥੇ ਅਸੀਂ ਕਿਸੇ ਨੂੰ ਆਉਣੋਂ ਰੋਕ ਨਹੀਂ ਪਾਉਂਦੇ। ਸਤਸੰਗ ਕਰ, ਸੁਖ ਪਾ, ਸੁਖ ਦੇ। ਮਨੁੱਖ ਦਾ ਧਰਮ ਹੈ ਨਾਮ ਜਪਣਾ, ਪਰ ਜਪਣ ਵਾਲੇ ਦਾ ਪੁੰਨ ਹੈ ਜੋ ਹੋਰਨਾਂ ਨੂੰ ਜਪਾਵੇ। ਇੱਥੇ ਨਾਮ ਦੇ ਤਰਲੇ ਵਾਲੇ ਲੋਕ ਰਹਿੰਦੇ ਹਨ। ਤੁਸੀਂ ਵੀ ਆਓ, ਨਾਮ ਜਪਣਾ ਸਿੱਖੋ, ਆਪਣਾ ਮਨੁੱਖ ਜਨਮ ਸਵਾਰੋ। ਜਦ ਨਾਮ ਨਿਵਾਸ ਤੁਹਾਡੇ ਅੰਦਰ ਹੋ ਜਾਏਗਾ, ਫਿਰ ਤੁਹਾਥੋਂ ਨੇਕੀ, ਉਪਕਾਰ, ਭਲਾਈ ਆਪੇ ਪਈ ਹੋਵੇਗੀ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬਾਬਾ ਜੀ ਨੇ ਮੁਸਾਫਰ ਦਾ ਉਤਾਰਾ ਧਰਮਸਾਲ ਦੀ ਕੋਠੜੀ ਵਿੱਚ ਕਰਵਾ ਦਿੱਤਾ ਤੇ ਅੰਨ ਪਾਣੀ ਦਾ ਬੰਦੋਬਸਤ ਵੀ ਕਰ ਦਿੱਤਾ। ਦੋਨੋਂ ਵੇਲੇ ਪ੍ਰਸ਼ਾਦ ਬਾਬੇ ਦੇ ਘਰੋਂ ਆ ਜਾਇਆ ਕਰੇ। ਮੁਸਾਫਿਰ ਨੇ ਆਪਣੀਆਂ ਦਵਾਵਾਂ ਦੀ ਸੰਦੂਕੜੀ ਤਾਂ ਬੰਦ ਕੀਤੀ ਤੇ 2-1 ਪੁਸਤਕਾਂ ਜੋ ਪਾਸ ਸਾਸੂ ਉਹ ਵੀ ਠੱਪ ਕੇ ਸਾਂਭ ਦਿੱਤੀਆਂ। ਸਵੇਰੇ ਭਾਈ ਜੀ ਦੇ ਨਾਲ ਉੱਠਿਆ ਕਰੇ, ਧਰਮਸਾਲ ਦੀ ਸਫਾਈ ਵਿੱਚ ਹਿੱਸਾ ਲਿਆ ਕਰੇ। ਫਿਰ ਆਪ ਇਸ਼ਨਾਨ ਕਰਕੇ ਆਸਾ ਦੀ ਵਾਰ ਦੇ ਦੀਵਾਨ ਵਿੱਚ ਬੈਠ ਜਾਇਆ ਕਰੇ। ਭੋਗ ਪਏ ਤੇ ਸਤਸੰਗ ਦੀ ਵਾਰਤਾਲਾਪ ਹੋਵੇ। ਕਿਸੇ ਭਰਾ ਦੇ ਦੁੱਖ ਸੁੱਖ ਦੀ ਵੰਡ, ਕਿਸੇ ਜਗਿਆਸੂ ਨੂੰ ਪਰਮਾਰਥ ਦੇ ਰਸਤੇ ਦੀ ਕੋਈ ਮੁਸ਼ਕਲ ਆ ਪਵੇ ਤਾਂ ਉਸ ਦੀ ਵਿਚਾਰ ਤੁਰ ਪਵੇ। ਮੁਸਾਫਰ ਇਹਨਾਂ ਸਿੱਧੇ ਪਰ ਦਿਲ ਸਾਫ਼ ਲੋਕਾਂ ਦੀ ਅਕਲ ਵੇਖ ਕੇ ਹੈਰਾਨ ਰਹਿ ਜਾਇਆ ਕਰੇ। ਪਿੰਡਾਂ ਦੇ ਲੋਕ ਅਕਸਰ ਮੋਟੀ ਬੁੱਧੀ ਵਾਲੇ ਕਹੀਦੇ ਹਨ ਤੇ ਕਈ ਵਾਰ ਮੁਕੱਦਮੇਬਾਜ਼ੀ ਤੇ ਮਾਰ ਧਾੜੇ ਦੇ ਪੱਖਾਂ ਵਿੱਚ ਇਹਨਾਂ ਦੀ ਰੁਚੀ ਸਮਝੀਦੀ ਹੈ। ਇਹ ਉਹ ਖਿਆਲ ਮੁਸਾਫਿਰ ਦੇ ਸਨ, ਪਰ ਇੱਥੇ ਬਾਬੇ ਨੇ ਜੋ ਗੁਰੂ ਬਾਣੀ ਦੀ ਸੱਚੀ ਰੋਸ਼ਨੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਠੀਕ ਆਸ਼ੇ ਮੁਜਬ ਗੁਰਸਿੱਖੀ ਦੀ ਜਾਂਚ ਲੋਕਾਂ ਨੂੰ ਦੱਸੀ ਸੀ, ਉਸਨੇ ਸੱਚਮੁੱਚ ਸਵਰਗ ਦਾ ਨਮੂਨਾ ਬਣਾ ਰੱਖਿਆ ਸੀ। ਵੈਰ ਦੁਜੈਗੀ ਇੱਥੇ ਬੜੀ ਘੱਟ ਸੀ। ਪਿਆਰ ਵੰਨੇ ਸਭ ਦਾ ਜ਼ੋਰ ਸੀ। ਸਿੱਖ, ਹਿੰਦੂ, ਮੁਸਲਮਾਨ, ਊਚ ਨੀਚ ਸਾਰੇ ਪਿਆਰ ਵਰਤੋਂ ਵਿੱਚ ਸਨ। ਮੁਸਾਫਿਰ ਇਹ ਵਰਤੋਂ ਤੇ ਕਰਨੀ ਕਰਤੂਤ ਦੀਆਂ ਚੰਗਿਆਈਆਂ ਵੇਖ ਵੇਖ ਮੋਹਿਤ ਹੋ ਰਿਹਾ ਸੀ। ਉਸਨੂੰ ਸਾਰੇ ਪਰਉਪਕਾਰੀ ਦਿਸਦੇ ਸਨ, ਪਰ ਉਹ ਨਹੀਂ ਸਨ ਜਾਣਦੇ ਕਿ ਅਸੀਂ ਪਰਉਪਕਾਰੀ ਹਾਂ। ਮੁਸਾਫਿਰ ਦੇ ਪੁੱਛਣ ਤੇ ਉਹ ਹੈਰਾਨ ਹੋ ਕੇ ਆਖਦੇ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਦ ਪਰਉਪਕਾਰ ਕਿਸ ਉਤੇ। ਸਭਨਾਂ ਵਿੱਚ ਪਿਆਰ ਹੈ, ਪਿਆਰੇ ਨਾਲ ਪਿਆਰ ਦੀ ਵਰਤੋਂ ਹੁੰਦੀ ਹੈ। ਅਸੀਂ ਅੰਤਰਾਤਮੇ ਪਰਮੇਸ਼ਰ ਦਾ ਨਾਮ ਆਰਾਧਨ ਜੀਭ ਤੋਂ ਲੈ ਕੇ ਮਨ ਨਾਲ ਕਰਨ ਤੱਕ ਦੇ ਆਹਰ ਵਿੱਚ ਰਹਿੰਦੇ ਹਾਂ। ਬਾਕੀ ਪ੍ਰਾਣੀ ਮਾਤਰ ਵਿੱਚ ਸਰਬੱਤ ਦਾ ਭਲਾ ਜਾਣਦੇ ਹਾਂ। ਸਭ ਵਿੱਚ ਰੱਬ ਵਸਦਾ ਹੈ। ਕਿਸੇ ਨਾਲ ਅਸੀਂ ਬੁਰਾ ਨਹੀਂ ਕਰਦੇ। ਕਿਸੇ ਨਾਲ ਬੁਰਾ ਨਾ ਕਰਨਾ ਧਰਮ ਹੈ। ਧਰਮ ਨਿਆਂ ਦੇ ਆਸਰੇ ਹੈ। ਗੁਰੂ ਬਾਬੇ ਨੇ ਆਖਿਆ ਹੈ ਕਿ ਜਗਤ ਦਾ ਸੂਤ ਤਾਂ ਕਾਇਮ ਰਹਿੰਦਾ ਹੈ ਜੇ ਮਨੁੱਖ ਦੀ ਵਰਤੋਂ ਆਪੋ ਵਿੱਚ ਦੀ ਧਰਮ ਰੂਪੀ ਬਲਦ ਦੇ ਸਿੰਘਾਂ ਉੱਤੇ ਖੜੀ ਰਹੇ। ਸੋ ਧਰਮ ਜਾਂ ਨਿਆਂ ਕੀ ਹੈ? ਕਿਸੇ ਦਾ ਬੁਰਾ ਨਾ ਕਰਨਾ। ਤੇ ਸਾਨੂੰ ਹੁਕਮ ਹੈ, ਦੁੱਖ ਨਾ ਦੇਈ ਕਿਸੇ ਜੀ, ਪਤ ਸਿਉ ਕਰ ਜਾਓ। ਫਿਰ ਸਾਨੂੰ ਹੁਕਮ ਹੈ ਕਿ ਨਿਰਾ ਨਿਆਂ ਨਹੀਂ, ਨਿਆਂ ਵਿੱਚ ਦਇਆ ਰਲਾਓ। ਐਸਾ ਧਰਮ ਕਮਾਓ ਜੋ ਦਇਆ ਦਾ ਪੁੱਤਰ ਹੋਵੇ। ਸੋ ਦਇਆ ਕੀ ਸ਼ੈ ਹੈ? ਦੂਸਰੇ ਨੂੰ ਸੁੱਖ ਦੇਣਾ। ਦੂਸਰੇ ਨੂੰ ਸੁੱਖ ਦੇਂਦੇ ਆਪ ਨੂੰ ਖੇਚਲ ਹੁੰਦੀ ਹੈ ਜ਼ਰੂਰ, ਚਾਹੇ ਥੋੜੀ ਚਾਹੇ ਬਹੁਤੀ। ਆਪਣਾ ਬਿਗਾਰ ਬਿਰਾਨਾ ਸਾਂਢੇ,
ਸੋ ਪਹਿਲਾ ਹੁਕਮ ਸੀ ਕਿਸੇ ਨੂੰ ਦੁੱਖ ਨਾ ਦਿਓ, ਦੂਜੀ ਸੰਥਿਆ ਮਿਲੀ ਇਸ ਵਿੱਚ ਰਲਾਓ ਦਇਆ। ਆਪਣਾ ਸੁਖ ਵੰਡੋ, ਦੁੱਖ ਪਾ ਕੇ ਦੂਏ ਨੂੰ ਸੁਖ ਦਿਓ, ਇਹ ਦੂਈ ਸੰਥਿਆ ਪੜੀ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਤੀਸਰੀ ਗੱਲ ਆਈ ਸੰਤੋਖ, ਕਿ ਜੇ ਤੁਸੀਂ ਕੋਈ ਥੁੜ ਪਵੇ ਜਾਂ ਦੁੱਖ ਦੇਵੇ ਤਾਂ ਘਾਬਰੋ ਨਹੀਂ। ਉਧਰ ਨਾਮ ਦਾ ਅਭਿਆਸ ਹੋ ਰਿਹਾ ਹੈ, ਉਠਤ ਬੈਠਤ ਸੋਵਤ ਨਾਮ। ਇਸ ਨਾਲ ਅੰਦਰੋਂ ਮਾਇਆ ਦੀ ਕੈਦ ਕੱਟੀ ਜਾ ਰਹੀ ਹੈ, ਹਉਮੈ ਦੀ ਮੈਲ ਧੋਪ ਰਹੀ ਹੈ, ਜਮ ਦੀ ਫਾਸ ਵੱਢੀ ਜਾ ਰਹੀ ਹੈ। ਮਨ ਮੇਰੋ ਗੱਜੇ ਵਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ। ਅੰਦਰ ਤਾਂ ਵਸਦਾ ਹੈ ਨਾਮ, ਬਾਹਰੋਂ ਵਰਤਣ ਹੈ ਕਿਸੇ ਨੂੰ ਦੁੱਖ ਨਾ ਦੇਣ ਦੀ। ਸਰਬੱਤ ਦਾ ਭਲਾ ਹੋ ਸਕੇ ਤਾਂ ਕਰਨਾ, ਇਹ ਸਮਾਧੀ ਲੱਗ ਰਹੀ ਹੈ। ਜੰਗਲਾਂ ਦੀ ਨਾ, ਪਰ ਘਰਾਂ ਵਿੱਚ ਵਸਦਿਆਂ ਤੇ ਗ੍ਰਹਿਸਤੀ ਰਹਿੰਦਿਆਂ ਲਿਵ ਲੱਗੀ ਰਹਿੰਦੀ ਹੈ ਸਾਈਂ ਵਿੱਚ। ਇਹਨਾਂ ਦੋਹਾਂ ਦਾ ਅਸਰ ਫਿਰ ਇਹ ਹੁੰਦਾ ਹੈ ਕਿ ਵਾਹਿਗੁਰੂ ਜੀ ਜਿਨ੍ਹਾਂ ਦਾ ਕਿ ਨਾਮ ਜਪੀਦਾ ਹੈ, ਉਹ ਨਾਮੀ ਜੀ ਆਪਣੇ ਅੰਦਰ ਤੇ ਘੱਟ ਘੱਟ ਵਣ ਤ੍ਰਿਣ ਵਿੱਚ ਭਾਸਣ ਲੱਗ ਪੈਂਦੇ ਹਨ। ਅੰਦਰਲਾ ਉਛਾਲਾ ਖਾ ਕੇ ਮੈਂ ਮੇਰੀ ਦੀ ਹੱਦ ਟੱਪ ਕੇ ਉਹਨਾਂ ਦੇ ਚਰਨਾਂ ਦੇ ਨਾਲ ਛੋ ਖਾ ਲੈਂਦਾ ਹੈ। ਕਦੇ ਕੋਈ ਕੀਰਤਨ ਦੀ ਪਿਆਰ ਭਰੀ ਸਦ ਉਛਾਲਾ ਦੇ ਕੇ ਉਸ ਨਾਮੀ ਦੇ ਚਰਨਾਂ ਤੇ ਮੱਥਾ ਟਿਕਾ ਦਿੰਦੀ ਹੈ। ਗੱਲ ਕੀ ਸਹਿਜੇ ਸਹਿਜੇ ਬੇਮਲੂਮੇ ਅੰਦਰਲਾ ਰੱਬ ਜੀ ਦੇ ਚਰਨਾਂ ਦੀ ਲਟਕ ਵਿੱਚ ਆ ਜਾਂਦਾ ਹੈ ਤੇ ਜਗਤ ਨਾਲ ਅੰਦਰੋਂ ਓਨੇਹੋਂ ਘਾਟੀਆ ਟੁੱਟ ਜਾਂਦਾ ਹੈ, ਜੋ ਬੇੜੀਆਂ ਵਾਂਗੂ ਲੱਗ ਰਿਹਾ ਸੀ ਤੇ ਜੋ ਵਿਤਕਰੇ ਪਾਉਂਦਾ, ਆਪੇ ਨੂੰ ਲੋਚਦਾ ਤੇ ਦੂਜਿਆਂ ਨਾਲ ਬੁਰਾਈਆਂ ਕਰਾਉਂਦਾ ਸੀ। ਫਿਰ ਓਨੇਹੋਂ ਲੱਗ ਜਾਂਦਾ ਹੈ ਕਿ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ। ਉਹ ਵਾਸੀ ਸਾਰੇ ਭਾਸਦਾ ਹੈ। ਐਉਂ ਇੱਕ ਭਿਜਵਾਂ ਪਿਆਰ ਤੇ ਰਸਭਿੰਨਣੀ ਪ੍ਰੀਤ ਖੁਸ਼ਬੂ ਅੰਦਰ ਉਪਜ ਪੈਂਦੀ ਹੈ ਔਰ ਇਹ ਜੀਵਨ ਸੁੱਖਾਂ ਦਾ ਘਰ ਬਣ ਜਾਂਦਾ ਹੈ। ਇਸ ਤਰ੍ਹਾਂ ਦੀਆਂ ਵਾਰਤਾਲਾਪਾਂ ਵਿੱਚ ਮੁਸਾਫਿਰ ਖੁਸ਼ ਹੁੰਦਾ ਹੈ, ਸਿੱਖਦਾ ਹੈ, ਰਸ ਲੈਂਦਾ ਹੈ, ਪਰ ਪੜ੍ਹਿਆ ਹੋਣ ਕਰਕੇ ਤਰੀਕੇ ਤੇ ਜਾਚਾਂ ਭਾਲਦਾ ਹੈ। ਬਾਬੇ ਨੂੰ ਮੁਸਾਫਰ ਨਾਲ ਕੁਝ ਸਮਾਂ ਵਰਤ ਕੇ ਸਮਝ ਪਈ ਕਿ ਚਾਹੇ ਇਹ ਆਦਮੀ ਆਪਾ ਸਵਾਰਨ ਦੇ ਯਤਨ ਵਿੱਚ ਤਾਂ ਲੱਗ ਪਿਆ ਹੈ, ਪਰ ਪੁਰਾਣੀ ਬਾਣ ਬਹੁਤ ਗੱਲਾਂ ਕਰਨ ਦੀ ਤੇ ਮੱਲੋ ਮੱਲੀ ਉਪਦੇਸ਼ ਦੇਣ ਦੀ ਇਸ ਦੀ ਹਟਦੀ ਨਹੀਂ ਤੇ ਹਰ ਗੱਲ ਦੇ ਸਮਝਣ ਵਿੱਚ ਲੰਮੀ ਲੰਮੀ ਗੱਲਬਾਤ ਦੀ ਲੋੜ ਰੱਖਦਾ ਹੈ। ਬਾਬਾ ਲੋੜ ਵੇਲੇ ਤਾਂ ਗੱਲਾਂ ਕਰਦਾ ਹੁੰਦਾ ਸੀ, ਪਰ ਉਸ ਨੂੰ ਬਹੁਤ ਗੱਲਾਂ ਕਰਨ ਦੀ ਬਾਣ ਨਹੀਂ ਸੀ ਪਈ ਹੋਈ। ਬਾਬਾ ਚਾਹੁੰਦਾ ਸੀ ਕਿ ਮੁਸਾਫਰ ਨੂੰ ਸਿੱਧਾ ਰਾਹ ਲੱਭੇ ਤੇ ਉਸ ਦੀ ਨਿਸ਼ਾ ਆਉਂਦੀ ਰਹੇ, ਪਰ ਹੋਰਨਾਂ ਦਾ ਵੀ ਨਾਲ ਨਾਲ ਭਲਾ ਹੋਵੇ। ਇਸ ਵਿਚਾਰ ਵਿੱਚ ਬਾਬੇ ਨੂੰ ਇੱਕ ਵਿਉਂਤ ਫੁਰੀ। ਉਹ ਇਹ ਸੀ ਕਿ ਬਾਬੇ ਪਾਸ ਇੱਕ ਪੋਥੀ ਸੀ, ਜੀਵਨ ਭਾਈ ਸਾਈਂ ਦਾਸ। ਇਸ ਵਿੱਚ ਪਰਮਾਰਥ ਵੀ ਟੁਰਨ ਦੇ, ਗੁਰਸਿੱਖੀ ਦੇ ਹਾਲ ਗੱਲਾਂ ਬਾਤਾਂ ਵਿੱਚ ਚੰਗੀ ਤਰ੍ਹਾਂ ਦੱਸੇ ਹੋਏ ਸੇ। ਬਾਬੇ ਨੇ ਇਸ ਪੋਥੀ ਦੀ ਕਥਾ ਰਖਵਾ ਦਿੱਤੀ ਕਿ ਮੁਸਾਫਿਰ ਵਿਸਥਾਰ ਨਾਲ ਸੁਣੇ ਤੇ ਹੋਈਆਂ ਗੱਲਾਂ ਬਾਤਾਂ ਵਿੱਚ ਇਸ ਨੂੰ ਫੁਰੇ ਪ੍ਰਸ਼ਨਾਂ ਦਾ ਉੱਤਰ ਮਿਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।